ਇੱਥੋਂ ਬਾਅਦ ਹੁਣ ਮੰਨ ਲਓ ਤੁਹਾਡੀ ਪਾਰਟੀ ਜਿੱਤਦੀ ਹੈ, ਮੰਨ ਲਓ ਜਸਦੀਪ ਕੌਰ ਯਾਦੂ ਵਿਜੇਤਾ ਹੁੰਦੇ ਨੇ ਖੰਨੇ ਤੋਂ, ਤਾਂ ਫਿਰ ਕੁੜੀਆਂ ਵਾਸਤੇ ਸਭ ਤੋਂ ਪਹਿਲੀ ਗੱਲ ਕੀ ਕੀਤਾ ਜਾਵੇ? ਕੁੜੀਆਂ ਨੂੰ ਹਰ ਚੀਜ਼ ਅਸੀਂ ਪ੍ਰਾਇੋਰਟੀ ਦੇਵਾਂਗੇ, ਕਿਉਂਕਿ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਕਿ ਨਾ ਚਲੋ ਜੀ ਠੀਕ ਹੈ, ਲੇਡੀਜ਼ ਨੂੰ ਦਰਜਾ ਦਿੱਤਾ ਜਾਂਦਾ, ਅੱਗੇ ਲੈ ਕੇ ਆਂਦਾ। ਕਿਉਂਕਿ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਇਕੱਲੀ ਐਮਐਲਏ ਨਹੀਂ ਬਣੂੰਗੀ, ਖੰਨੇ ਦੀਆਂ ਸਾਰੀਆਂ ਲੇਡੀਜ਼ ਸਾਰੀਆਂ ਐਮਐਲਏ ਬਣਨਗੀਆਂ, ਸਭ ਕੋਲ ਪਾਵਰ ਹੋਊਗੀ। 10 ਸਾਲ ਹੋ ਗਏ ਖੰਨੇ ਨੂੰ। ਪਹਿਲਾਂ ਆਪਣੇ ਐਮਐਲਏ ਸਾਹਿਬ ਕਹਿੰਦੇ ਸੀ ਕਿ ਮੈਂ ਜਿੱਤ ਗਿਆ, ਪਰ ਮੇਰੀ ਸਰਕਾਰ ਨਹੀਂ ਹੈਗੀ, ਮੈਂ ਕੁਝ ਨਹੀਂ ਕਰ ਸਕਦਾ। ਉਹਨਾਂ ਨੇ ਐਕਸਕਿਊਜ਼ ਦਿੱਤਾ ਇੱਕ। ਹੁਣ ਪਿਛਲੇ 5 ਸਾਲ ਤਾਂ ਸਰਕਾਰ ਵੀ ਉਹਨਾਂ ਦੀ ਸੀ, ਹੁਣ ਤਾਂ ਮੰਤਰੀ ਵੀ ਬਣ ਗਏ ਸੀ, ਕੁਝ ਕੀਤਾ ਹੀ ਹੈ ਨਹੀਂ। ਇੱਕ ਵੀ ਚੀਜ਼ ਕੀਤੀ ਹੁੰਦੀ ਤਾਂ ਪਤਾ ਲੱਗਦਾ ਨਾ। ਵਿਕਾਸ ਹੀ ਨਹੀਂ ਹੋਇਆ, ਲੋਕੀ ਸੱਚੀ ਨਰਕ ਭੋਗ ਰਹੇ ਨੇ। ਮੈਨੂੰ ਲੱਗਦਾ ਕਿ ਤੁਸੀਂ ਦੇਖੋ ਵੀ ਕੋਈ ਇੰਨਾ ਗੰਦਾ ਸ਼ਹਿਰ ਹੋਣਾ ਹੀ ਨਹੀਂ ਜਿੰਨਾ ਖੰਨਾ। ਲਲਹੇੜੀ ਰੋਡ ਦੇ ਉੱਤੇ ਧਰਨਾ ਵੀ ਲੱਗਿਆ ਸੀ, ਜਿੱਥੇ ਕੋਟਲੀ ਸਾਹਿਬ ਵੀ ਖੁਦ ਪਹੁੰਚੇ ਸੀਗੇ, ਤੇ ਉਹਨਾਂ ਦਾ ਹੀ ਕਿਤੇ ਨਾ ਕਿਤੇ ਵਰਡਿੰਗ ਇਹ ਕਹੀ ਗਈ ਕਿ ਮੈਂ ਤੁਹਾਡੇ ਨਾਲ ਆਪ ਚੱਲਦਾ ਤੇ ਆਪਾਂ ਮਿੰਨਤਾਂ ਕਰਦੇ ਆ ਠੇਕੇਦਾਰ ਦੀਆਂ। ਇਹ ਸੱਚ ਹੈ ਗੱਲ? ਤੁਸੀਂ ਦੇਖੋ ਕਿੰਨੀ ਫਨੀ ਗੱਲ ਹੈ ਕਿ ਬੰਦਾ ਕਵੇ ਇੱਕ ਮੰਤਰੀ ਹੋ ਕੇ ਤੁਸੀਂ ਕਹੋ ਵੀ ਮੈਂ ਠੇਕੇਦਾਰ ਦੀ ਮਿੰਨਤ ਕਰਦਾ। ਕਿਉਂ ਕਹਿੰਦੇ ਨੇ ਉਹ ਤਾਂ ਕਹਿੰਦੇ ਨੇ ਕਿਉਂਕਿ ਉਹ ਆਪ ਕਾਣੇ ਨੇ। ਉਹਨਾਂ ਨੇ ਆਲਰੇਡੀ ਕਮਿਸ਼ਨ ਲਿਆ ਹੋਇਆ। ਅਗਰ ਤੁਸੀਂ ਕਮਿਸ਼ਨ ਲਿਆ ਤਾਂ ਤੁਸੀਂ ਕਹਿੰਦੇ ਹੁੰਦੇ ਹੋ ਕਿ ਮੈਂ ਮਿਹਨਤ ਕਰੂੰਗਾ। ਅਦਰਵਾਈਜ਼ ਬੀਇੰਗ ਅ ਮੰਤਰੀ ਤੁਸੀਂ ਉਹਨਾਂ ਨੂੰ ਕਹੋ ਕਿ ਤੁਹਾਡੀ ਡਿਊਟੀ ਆ, ਤੁਸੀਂ ਕੰਮ ਕਰੋ। ਅਗਰ ਆਪਣਾ ਕਮਿਸ਼ਨ ਨਾ ਲਿਆ ਹੁੰਦਾ ਤਾਂ ਉਹਨਾਂ ਨੂੰ ਕਹਿ ਸਕਦੇ ਸੀ। ਹੁਣ ਉਹ ਕੁਝ ਕਹਿ ਹੀ ਨਹੀਂ ਸਕਦੇ, ਤਾਂ ਹੀ ਕਹਿੰਦੇ ਨੇ ਮੈਂ ਮਿਹਨਤ ਕਰੂੰਗਾ। ਉਹਨਾਂ ਨੇ ਆਪਣੇ ਮੋਟਿਵ ਲਈ ਉਹ ਚੀਜ਼ਾਂ ਲੈਣੀਆਂ ਨੇ, ਫਿਰ ਤਾਂ ਉਹਨਾਂ ਨੇ ਕਹਿਣਾ ਹੀ ਕਹਿਣਾ। ਲਾਣ ਵਾਸਤੇ ਉਹਨਾਂ ਕੋਲ ਖਜ਼ਾਨਾ ਖਾਲੀ ਹੋ ਜਾਂਦਾ। ਜਦੋਂ ਉਹਨਾਂ ਨੂੰ ਲੱਗਦਾ ਕਿ ਅਸੀਂ ਇੱਥੇ ਪੈਸੇ ਲਾਉਣੇ ਆ ਤਾਂ ਉਹ ਖਜ਼ਾਨਾ ਖਾਲੀ ਹੋ ਜਾਂਦਾ। ਤੁਸੀਂ ਉਹਨਾਂ ਦੀ ਆਪਣੀਆਂ ਪ੍ਰਾਪਰਟੀ ਦੇਖ ਲਓ, ਪਹਿਲਾਂ ਕੰਪੈਰੀਜ਼ਨ ਕਰਕੇ ਦੇਖੋ ਨਾ। ਤੇ ਐਮਐਲਏ ਸਾਹਿਬ ਦੀ ਪਹਿਲਾਂ ਦੀ ਪ੍ਰਾਪਰਟੀ ਤੇ ਹੁਣ ਦੀ ਪ੍ਰਾਪਰਟੀ ਦੇਖੋ ਤੁਸੀਂ, ਕਿੰਨਾ ਡਿਫਰੈਂਸ ਆ। ਤੇ ਫਿਰ ਉਹ ਪੈਸਾ ਕਿੱਥੋਂ ਆ ਗਿਆ? ਇਹ ਨਹੀਂ ਆ ਕਿ ਮੈਂ ਚਲੋ ਸਿਰਫ ਇੱਕ ਇਲੈਕਸ਼ਨ ਲੜਨ ਵਾਸਤੇ ਅੱਗੇ ਆਈ ਹਾਂ ਕਿ ਮੈਂ ਲੋਕਾਂ ਨੂੰ ਕਹਿ ਰਹੀ ਹਾਂ ਕਿ ਨਹੀਂ ਤੁਸੀਂ ਇੱਕ ਬੀਇੰਗ ਅ ਵਿਮਨ ਤੁਸੀਂ ਮੇਰੀ ਹੈਲਪ ਕਰੋ, ਮੇਰੀ ਸਪੋਰਟ ਕਰੋ। ਇਹ ਨਹੀਂ ਆ ਕਿ ਮੈਂ ਸਿਰਫ ਇੱਕ ਇਲੈਕਸ਼ਨ ਲੜਨ ਵਾਸਤੇ ਕਹਿ ਰਹੀ ਹਾਂ। ਅਸੀਂ ਦੋਨੋਂ ਮਿਲ ਕੇ ਹੀ ਅੱਗੇ ਕੰਮ ਕਰਾਂਗੇ, ਯਾਦੂ ਜੀ ਤੇ ਮੈਂ। ਅਸੀਂ ਮਿਲ ਕੇ ਹੀ ਆਪਣੇ ਖੰਨੇ ਦਾ ਸੁਧਾਰ ਕਰਨਾ। ਸਾਨੂੰ ਕੋਈ ਲਾਲਚ ਨਹੀਂ ਹੈ। ਅਸੀਂ ਇੱਕ ਇਹ ਨਹੀਂ ਆ ਕਿ ਅਸੀਂ ਇੱਕ ਪੋਲਿਟਿਕਸ ਦਾ ਸਾਡਾ ਇੱਕ ਪਰਸੈਪਸ਼ਨ ਆਫ ਮਾਈਂਡ ਡਿਫਰੈਂਟ ਆ। ਅਸੀਂ ਤਾਂ ਲੋਕਾਂ ਨੂੰ ਕਰਕੇ ਦਿਖਾਉਣੀਆਂ, ਜਿਹੜੀਆਂ ਚੀਜ਼ਾਂ ਲੋਕਾਂ ਦਾ ਵਿਚਾਰਨ ਦੇ ਵਿਸ਼ਵਾਸ ਕਰਕੇ ਵੋਟਾਂ ਪਾਉਂਦੇ ਨੇ, ਜਿਹੜੀਆਂ ਚੀਜ਼ਾਂ ਹੁਣ ਤੱਕ ਨਹੀਂ ਹੋ ਸਕੀਆਂ ਉਹ ਚੀਜ਼ਾਂ ਕਰਕੇ ਦਿਖਾਉਣੀਆਂ ਨੇ। ਅਸੀਂ ਕਰਪਸ਼ਨ ਫ੍ਰੀ ਖੰਨਾ ਬਣਾਉਣਾ। ਅਕਸਰ ਜਦ ਐਮਐਲਏ ਪਾਵਰ ਦੇ ਵਿੱਚ ਆਉਂਦੇ ਨੇ, ਪਹਿਲਾਂ ਦੀ ਜਿਹੜੀ ਛਵੀ ਹੁੰਦੀ ਆ ਉਹ ਬਹੁਤ ਅਲੱਗ ਹੁੰਦੀ ਹੈ, ਕਿਉਂਕਿ ਹਰ ਇੱਕ ਬੰਦੇ ਦੇ ਆਪਾਂ ਕਹਿ ਸਕਦੇ ਮੂੰਹ ਦੇ ਵਿੱਚ ਨਿਵਾਲਾ ਪਾਉਣ ਤੱਕ ਜਿਹੜੇ ਐਮਐਲਏ ਐਮਪੀ ਜਿਹੜੇ ਹੁੰਦੇ ਨੇ ਜਾਂਦੇ ਨੇ। ਪਰ ਹੁੰਦਾ ਕੀ ਹੈ ਵੀ ਯਾਰ ਬਾਹਰ ਜਿੱਤ ਜਾਂਦਾ ਬੰਦਾ ਤਾਂ ਉਸ ਤੋਂ ਬਾਅਦ ਅਕਸਰ ਚੀਜ਼ਾਂ ਵੇਖੀਆਂ ਗਈਆਂ ਨੇ ਪੰਜਾਬ ਦੇ, ਕਹਿੰਦੇ ਵੀ ਜ਼ਿਲ੍ਹੇ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਜਿੱਥੋਂ ਵਿਜੇਤਾ ਹੁੰਦੇ ਨੇ, ਜਿੱਥੋਂ ਜੇਤੂ ਹੁੰਦੇ ਨੇ, ਵੀ ਉੱਥੇ ਵੜਦੇ ਹੀ ਨਹੀਂ ਕਦੇ। ਇਹ ਤਾਂ ਹੈ ਨਹੀਂ ਕਿ ਇਲੈਕਸ਼ਨ ਲੜਨ ਵਾਸਤੇ ਮੈਂ ਚੰਡੀਗੜ੍ਹੋਂ ਆਈ ਹਾਂ ਤੇ ਮੈਂ ਇਲੈਕਸ਼ਨ ਲੜਨ ਕੇ ਵਾਪਸ ਚਲੀ ਜਾਣਾ। ਅਸੀਂ ਇੱਥੇ ਦੇ ਹੀ ਰਹਿੰਦੇ ਹਾਂ। ਅਸੀਂ ਦਾਣਾ ਮੰਡੀ 'ਚ ਸਾਡੀ ਦੁਕਾਨ ਹੈ ਆੜਤ ਦੀ, ਯਾਦੂ 'ਚ ਉੱਥੇ ਬਹਿੰਦੇ ਨੇ। ਮੁੱਲੇਪੁਰ 'ਚ ਸਾਡਾ ਘਰ ਹੈ। ਬੱਚੇ ਨੂੰ ਸਾਡਾ ਘਰ ਪਤਾ। ਅਸੀਂ ਪਹਿਲਾਂ ਵੀ ਇੱਥੇ ਹੀ ਰਹਿੰਦੇ ਸੀ, ਹੁਣ ਵੀ ਇੱਥੇ ਹੀ ਰਹਿਣਾ। ਅਸੀਂ ਇਹ ਨਹੀਂ ਆ ਕਿ ਲੋਕਾਂ ਨੂੰ ਕਿ ਮੁੜ ਕੇ ਦਿਖਣਾ ਹੀ ਨਹੀਂ। ਅਸੀਂ ਤਾਂ ਖੁਦ ਲੋਕਾਂ 'ਚ ਵਿਚਰਦੇ ਰਹਿੰਦੇ ਹਾਂ। ਮੈਂ ਤਾਂ ਕਹਿੰਦੀ ਹਾਂ ਕਿ ਸਾਨੂੰ ਬੁਲਾਓ ਜਿੱਥੇ ਤੁਹਾਨੂੰ ਲੋੜ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹਾਂ, ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ ਜਿੱਥੇ ਹੁਣ ਸਿਆਸਤ ਦੀ ਗੱਲ ਕਰਾਂ ਤਾਂ ਵੈਸੇ ਤਾਂ ਮੌਸਮ ਸਰਦੀ ਦਾ ਚੱਲ ਰਿਹਾ ਹੈ, ਪਰ ਸਿਆਸਤ ਦੇ ਵਿੱਚ ਗਰਮਾਹਟ ਇੰਨੀ ਖਾ ਚੁੱਕੀ ਹੈ ਕਿ ਹਰ ਇੱਕ ਘਰ ਦੇ ਵਿੱਚ ਹੁਣ ਗੱਲਾਂ ਇਹੀ ਚੱਲ ਰਹੀਆਂ ਨੇ ਵੀ ਭਾਈ ਐਤਕੀ ਕਿਹੜੀ ਸਰਕਾਰ ਆਊਗੀ। ਛੋਟੇ ਤੋਂ ਛੋਟਾ ਬੱਚਾ ਵੀ ਹੁਣ ਕਿਤੇ ਨਾ ਕਿਤੇ ਇਹ ਸਵਾਲ ਕਰਨ ਲੱਗ ਗਿਆ ਆਪਣੇ ਮਾਪਿਆਂ ਤੋਂ, ਕਿਉਂਕਿ ਕਿਸਾਨੀ ਸੰਘਰਸ਼ ਤੋਂ ਬਾਅਦ ਹਰ ਇੱਕ ਬੱਚਾ ਸੀਗਾ, ਚਾਹੇ ਮਾਪੇ ਸੀ ਚਾਹੇ ਬਜ਼ੁਰਗ ਸੀਗੇ, ਉਹਨਾਂ ਦੇ ਕੰਨੀ ਇੱਕ ਗੱਲ ਚੱਲ ਗਈ ਸੀਗੀ ਕਿ ਕਿਤੇ ਨਾ ਕਿਤੇ ਹੁਣ ਕਹਿੰਦੇ ਬਦਲ ਚਾਹੀਦਾ ਆ। ਬਦਲ ਦੀ ਗੱਲ ਕਰ ਰਹੇ ਸੀ, ਵੱਡੇ ਬਦਲ ਦੀ ਗੱਲ ਕਰ ਰਹੇ ਸੀ, ਜਿੱਥੇ ਹੁਣ ਵੱਡੀਆਂ ਸਿਆਸੀ ਪਾਰਟੀਆਂ ਖੜੀਆਂ ਹੋਈਆਂ, ਕਿਸਾਨਾਂ ਨੇ ਆਪਣੀ ਪਾਰਟੀ ਬਣਾਈ। ਬਾਕੀ ਜਿਹੜੀ ਪਹਿਲਾਂ ਤੋਂ ਪਾਰਟੀਆਂ ਚੱਲ ਰਹੀਆਂ ਨੇ ਉਹ ਤਾਂ ਸੀਗੀਆਂ ਹੀ, ਪਰ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਵਾਰ ਲੋਕ ਕਿਹੜੀ ਪਾਰਟੀ 'ਤੇ ਭਰੋਸਾ ਕਰਦੇ ਨੇ। ਇਸ ਸਮੇਂ ਮੈਂ ਖੰਨੇ ਦੇ ਵਿੱਚ ਮੌਜੂਦ ਹਾਂ ਅਤੇ ਖੰਨੇ ਦੇ ਵਿੱਚ ਜਿੱਥੇ ਅਸੀਂ ਤਰਨਪ੍ਰੀਤ ਸਿੰਘ ਸੌਂਧ ਜੀ ਨਾਲ ਗੱਲਬਾਤ ਕੀਤੀ ਸੀ, ਇੱਥੋਂ ਦੇ ਟਿਕਟ ਦੇ ਹੱਕਦਾਰ ਸੀਗੇ ਆਮ ਆਦਮੀ ਪਾਰਟੀ ਤੋਂ, ਅਤੇ ਉੱਥੇ ਹੀ ਅੱਜ ਮੈਂ ਤੁਹਾਡੀ ਮੁਲਾਕਾਤ ਕਰਾਊਂਗਾ ਜਸਦੀਪ ਕੌਰ ਯਾਦੂ ਜੀ ਨਾਲ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਜਿਹੜਾ ਗੱਠਜੋੜ ਹੋਇਆ ਸੀ ਉਹਨਾਂ ਦੇ ਵੱਲੋਂ ਟਿਕਟ ਮਿਲੀ ਹੈ ਖੰਨੇ ਤੋਂ। ਅਤੇ ਹੁਣ ਮੈਂ ਖਾਸ ਤੌਰ 'ਤੇ ਗੱਲਬਾਤ ਇਹ ਕਰਨੀ ਚਾਹੁੰਦਾ ਕਿਉਂਕਿ ਜਦ ਵੀ ਖੰਨੇ ਦੇ ਵਿੱਚ ਨਿਕਲਦੇ ਹਾਂ, ਕਿਉਂਕਿ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਜਿਹੜੀ ਹੈ ਉਹ ਖੰਨੇ ਦੇ ਵਿੱਚ ਮੌਜੂਦ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਪਿੱਟਦਾ ਹੋਇਆ ਨਜ਼ਰ ਆਉਂਦਾ ਖੰਨਾ। ਮੇਰੇ ਨਾਲ ਮੈਮ ਨੇ, ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੈਮ ਦਾ ਸਵਾਗਤ ਕਰਦੇ ਹਾਂ। ਮੈਮ ਸਤਿ ਸ਼੍ਰੀ ਅਕਾਲ, ਠੀਕ ਹੋ? ਸਤਿ ਸ਼੍ਰੀ ਅਕਾਲ ਜੀ, ਠੀਕ ਹੋ? ਤੁਸੀਂ ਦੱਸੋ? ਬਹੁਤ ਵਧੀਆ। ਸਿਹਤ ਕਿਵੇਂ ਹੈ? ਵਧੀਆ ਜੀ, ਆਲ ਗੁੱਡ। ਅੱਛਾ ਮੈਮ, ਸਭ ਤੋਂ ਪਹਿਲਾਂ ਇੱਕ ਸਵਾਲ ਜ਼ਰੂਰ ਪੁੱਛੂੰਗਾ ਮੈਂ ਤੁਹਾਡੇ ਤੋਂ
ਵੀ ਹੁਣ ਤੁਸੀਂ ਰੋਜ਼ ਹੁਣ ਕੈਂਪੇਨ ਕਰ ਰਹੇ ਹੋ, ਹੁਣ ਵੀ ਤੁਸੀਂ ਕੈਂਪੇਨ ਤੇ ਸੀਗੇ, ਆਪਾਂ ਬੈਠ ਕੇ ਹੁਣ ਇੰਟਰਵਿਊ ਕਰ ਰਹੇ ਹਾਂ। ਲੋਕਾਂ ਦਾ ਕੀ ਹੁੰਗਾਰਾ ਹੈ? ਅਸਲ ਸਵਾਲ ਲੋਕਾਂ ਵੱਲੋਂ ਕੀ ਕੀਤੇ ਜਾ ਰਹੇ ਨੇ ਤੇ ਲੋਕਾਂ ਦਾ ਅੱਗੋਂ ਤੁਹਾਡਾ ਰਿਸਪੌਂਸ ਕਿਹੋ ਜਾ ਰਿਹਾ ਹੈ? ਰਿਸਪੌਂਸ ਬਹੁਤ ਪੋਜ਼ਿਟਿਵ ਹੈ ਜੀ। ਲੋਕ ਵਾਕਈ ਹੀ ਚੇਂਜ ਚਾਹੁੰਦੇ ਨੇ। ਉਹ ਐਵੇਂ ਦਾ ਬੰਦਾ ਚਾਹੁੰਦੇ ਨੇ ਜਿਹੜਾ ਜਿਹਦੇ ਵਿੱਚ ਕੈਪੇਬਿਲਿਟੀ ਹੋਣ ਔਰ ਵਾਕਈ ਹੀ ਕੁਝ ਸ਼ਹਿਰ ਵਾਸਤੇ ਕਰ ਸਕੇ। ਅਸੀਂ 17-18 ਸਾਲ ਹੋ ਗਏ ਯਾਦੂ ਜੀ ਲੋਕਾਂ ਦੀ ਸੇਵਾ ਕਰ ਰਹੇ ਨੇ, ਸੋ ਚਾਹੁੰਦੇ ਨੇ ਕਿ ਐਵੇਂ ਦਾ ਬੰਦਾ ਅੱਗੇ ਆਵੇ ਕਿ ਜਿਹੜਾ ਆਪਣੇ ਸ਼ਹਿਰ ਵਾਸਤੇ ਕੁਝ ਕਰ ਸਕੇ। ਅੱਛਾ ਮੈਮ, ਜਿਵੇਂ ਹੁਣ ਤੁਹਾਨੂੰ ਟਿਕਟ ਮਿਲੀ ਹੈ ਇੱਥੋਂ, ਖੰਨੇ ਦੇ ਤੁਸੀਂ ਦਾਅਵੇਦਾਰ ਹੋ, ਹੁਣ ਇੱਥੋਂ ਬਾਅਦ ਹੁਣ ਮੰਨ ਲਓ ਤੁਹਾਡੀ ਪਾਰਟੀ ਜਿੱਤਦੀ ਹੈ, ਮੰਨ ਲਓ ਜਸਦੀਪ ਕੌਰ ਯਾਦੂ ਵਿਜੇਤਾ ਹੁੰਦੇ ਨੇ ਖੰਨੇ ਤੋਂ, ਤਾਂ ਫਿਰ ਕੁੜੀਆਂ ਵਾਸਤੇ ਸਭ ਤੋਂ ਪਹਿਲੀ ਗੱਲ ਕੀ ਕੀਤਾ ਜਾਵੇਗਾ? ਕੁੜੀਆਂ ਨੂੰ ਹਰ ਚੀਜ਼ ਅਸੀਂ ਪ੍ਰਾਇੋਰਟੀ ਦੇਵਾਂਗੇ, ਕਿਉਂਕਿ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਕਿ ਨਾ ਚਲੋ ਜੀ ਠੀਕ ਹੈ ਲੇਡੀਜ਼ ਨੂੰ ਦਰਜਾ ਦਿੱਤਾ ਜਾਂਦਾ, ਅੱਗੇ ਲੈ ਕੇ ਆਂਦਾ। ਕਿਉਂਕਿ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਇਕੱਲੀ ਐਮਐਲਏ ਨਹੀਂ ਬਣੂੰਗੀ, ਖੰਨੇ ਦੀਆਂ ਸਾਰੀਆਂ ਲੇਡੀਜ਼ ਸਾਰੀਆਂ ਐਮਐਲਏ ਬਣਨਗੀਆਂ, ਸਭ ਕੋਲ ਪਾਵਰ ਹੋਊਗੀ, ਅਸੀਂ ਸਾਰਿਆਂ ਨੇ ਮਿਲ ਕੇ ਸ਼ਹਿਰ ਦਾ ਵਿਕਾਸ ਕਰਨਾ। ਹਾਂਜੀ। ਅੱਛਾ, ਜਿਵੇਂ ਹੁਣ ਤੁਸੀਂ ਲੋਕਾਂ ਦੇ ਵਿੱਚ ਦਰ ਦੇ ਵਿੱਚ ਜਾ ਕੇ ਤੁਸੀਂ ਹੁਣ ਆਪਣਾ ਕੈਂਪੇਨ ਕਰਦੇ ਹੋ, ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹੋ, ਅਸਲ ਦੇ ਵਿੱਚ ਵੇਖਿਆ ਜਾਵੇ ਤਾਂ ਤੁਹਾਨੂੰ ਲੱਗਦਾ ਵੀ ਖੰਨੇ ਸ਼ਹਿਰ ਦਾ, ਜਿਵੇਂ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਇੰਟਰੋ ਦੇ ਵਿੱਚ ਗੱਲ ਕਹੀ ਸੀ ਕਿ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਜਿਹੜੀ ਖੰਨੇ ਦੇ ਵਿੱਚ ਹੈ, ਪਰ ਫਿਰ ਵੀ ਖੰਨਾ ਪਿੱਟਦਾ ਆ, ਉਹ ਕਿਉਂ? ਕਿਉਂਕਿ ਖੰਨੇ ਦਾ ਵਿਕਾਸ ਹੋਇਆ ਹੀ ਨਹੀਂ ਕੋਈ। 10 ਸਾਲ ਹੋ ਗਏ ਖੰਨੇ ਨੂੰ। ਪਹਿਲਾਂ ਆਪਣੇ ਐਮਐਲਏ ਸਾਹਿਬ ਕਹਿੰਦੇ ਸੀ ਕਿ ਮੈਂ ਜਿੱਤ ਗਿਆ, ਪਰ ਮੇਰੀ ਸਰਕਾਰ ਨਹੀਂ ਹੈਗੀ, ਮੈਂ ਕੁਝ ਨਹੀਂ ਕਰ ਸਕਦਾ। ਉਹਨਾਂ ਨੇ ਐਕਸਕਿਊਜ਼ ਦਿੱਤਾ ਇੱਕ। ਹੁਣ ਪਿਛਲੇ 5 ਸਾਲ ਤਾਂ ਸਰਕਾਰ ਵੀ ਉਹਨਾਂ ਦੀ ਸੀ, ਹੁਣ ਤਾਂ ਮੰਤਰੀ ਵੀ ਬਣ ਗਏ ਸੀ, ਕੁਝ ਕੀਤਾ ਹੀ ਹੈ ਨਹੀਂ। ਇੱਕ ਵੀ ਚੀਜ਼ ਕੀਤੀ ਹੁੰਦੀ ਤਾਂ ਪਤਾ ਲੱਗਦਾ ਨਾ। ਵਿਕਾਸ ਹੀ ਨਹੀਂ ਹੋਇਆ, ਲੋਕੀ ਸੱਚੀ ਨਰਕ ਭੋਗ ਰਹੇ ਨੇ। ਮੈਨੂੰ ਲੱਗਦਾ ਕਿ ਤੁਸੀਂ ਦੇਖੋ ਵੀ ਕੋਈ ਇੰਨਾ ਗੰਦਾ ਸ਼ਹਿਰ ਹੋਣਾ ਹੀ ਨਹੀਂ ਜਿੰਨਾ ਖੰਨਾ। ਸਾਰਾ ਸ਼ਹਿਰ ਪੱਟ ਕੇ ਸਿੱਟਿਆ ਪਿਆ ਉਹਨਾਂ ਨੇ। ਤੁਸੀਂ ਸ਼ਹਿਰ ਦਾ ਗੇੜਾ ਲਾਇਓ, ਕਿਤੋਂ ਵੀ ਲੰਘਣ ਨੂੰ ਜਗ੍ਹਾ ਨਹੀਂ ਹੈਗੀ। ਹੁਣ ਉਹ ਡਰਾਮੇ ਕਰ ਕਰਕੇ ਦਿਖਾਉਂਦੇ ਨੇ ਕਿ ਅਸੀਂ ਕੰਮ ਕਰ ਰਹੇ ਹਾਂ। ਪੱਟ ਕੇ ਤੁਸੀਂ ਥੋੜੀ ਜਿਹੀ ਜਗ੍ਹਾ ਕਿੱਥੇ ਕੰਮ ਕਰਨਾ, ਥੋੜਾ ਤੁਸੀਂ ਉਹਨੂੰ ਪੱਟੋ, ਉੱਥੋਂ ਆਪਣਾ ਕੰਮ ਸਟਾਰਟ ਕਰੋ, ਰਾਦਰ ਦੈਨ ਉਹਨਾਂ ਨੇ ਬਸ ਪੱਟ ਕੇ ਸਿੱਟਤਾ ਸਾਰਾ ਸ਼ਹਿਰ। ਸਾਰਾ ਕੁਝ ਪੱਟਿਆ ਹੋਇਆ ਬਿਲਕੁਲ, ਸਾਰੀਆਂ ਸੜਕਾਂ ਤੁਸੀਂ ਖੁਦ ਜਾ ਕੇ ਦੇਖ ਸਕਦੇ ਹੋ। ਅੱਛਾ, ਇੱਕ ਚੀਜ਼ ਹੋਰ ਦੇਖਣ ਦੇ ਵਿੱਚ ਆਈ ਹੈ ਕਿ ਸੁਣਿਆ ਸੀ ਮੈਂ ਕਿ ਖੰਨੇ ਦੇ ਵਿੱਚ ਲੈਨੋ ਪਾਰ ਵਾਲੇ ਜਿਹੜੇ ਲੋਕ ਨੇ ਵੀ ਉਹਨਾਂ ਦਾ ਤਾਂ ਇੱਕ ਹਿਸਾਬ ਦਾ ਨਰਕ ਹੋਇਆ ਪਿਆ ਵੀ ਲੈਨੋ ਪਾਰ ਤਾਂ ਉਹ ਤਾਂ ਐਂ ਹੋ ਗਿਆ ਵੀ ਇੰਡੀਆ ਪਾਕਿਸਤਾਨ ਵਾਲੇ ਕੰਮ ਹੋ ਗਿਆ, ਕਹਿੰਦੇ ਲਾਈਨ ਤੋਂ ਪਾਰ ਨਾ ਜਾਇਓ, ਵੀ ਇੰਨਾ ਨਰਕ ਭੋਗ ਰਹੇ ਨੇ ਲੋਕ। ਤੁਸੀਂ ਗਏ ਹੋ ਹੁਣ ਗੇੜਾ ਮਾਰਿਆ ਉੱਥੇ? ਹਾਂਜੀ ਬਿਲਕੁਲ ਬਿਲਕੁਲ। ਮੈਂ 2-3 ਦਿਨ ਡੋਰ ਟੂ ਡੋਰ ਕੀਤਾ ਉੱਥੇ। ਚਿੱਕੜ ਦੇ ਵਿੱਚੋਂ ਬਹੁਤ ਮੁਸ਼ਕਿਲ ਨਾਲ ਲੰਘ ਕੇ ਜਾਂਦੇ ਸੀ ਅਸੀਂ। ਲੋਕੀ ਵਿਚਾਰੇ ਉਹ ਕਹਿੰਦੇ ਕਿ ਨਾ ਤਾਂ ਸਾਡੇ ਘਰ ਵਿਕਦੇ ਨੇ, ਉਹ ਕਹਿੰਦੇ ਅਸੀਂ ਇੰਨੇ ਡੈਸਪਰੇਟ ਹੋਏ ਪਏ ਹਾਂ ਕਿ ਅਸੀਂ ਆਪਣਾ ਸੋਚਦੇ ਹਾਂ ਕਿ ਤੁਸੀਂ ਸੋਚੋ ਇੰਨੇ ਸਾਲਾਂ ਤੋਂ ਰਹਿ ਰਹੇ ਨੇ। ਉਹ ਕਹਿੰਦੇ ਕਿ ਅਸੀਂ ਤਿਆਰ ਹਾਂ ਕਿ ਸਾਡਾ ਘਰ ਵੇਚ ਕੇ ਅਸੀਂ ਕਿਤੇ ਹੋਰ ਚਲੇ ਜਾਈਏ। ਕਹਿੰਦੇ ਸਾਡੇ ਘਰ ਨਹੀਂ ਵਿਕ ਰਹੇ, ਸਾਡੇ ਬੱਚਿਆਂ ਨੂੰ ਰਿਸ਼ਤੇ ਨਹੀਂ ਹੋ ਰਹੇ, ਸਾਡੇ ਕੋਈ ਰਿਸ਼ਤੇਦਾਰ ਆਉਂਦਾ ਨਹੀਂ। ਮਤਲਬ ਤਰਸ ਆਉਂਦਾ ਉਹਨਾਂ ਤੇ। ਉਹ ਕਹਿੰਦੇ ਕਿ ਮੀਨਸ ਮੈਂ ਤਾਂ ਇਹ ਕਹਿੰਦੀ ਹਾਂ ਕਿ ਉਹਨਾਂ ਦੀ ਵਿਚਾਰਿਆਂ ਦੀ ਇਨਸਲਟ ਆ ਇਹ, ਜਿਹੜੇ ਉਹ ਇੰਨੀਆਂ ਵੋਟਾਂ ਪਾ ਕੇ ਤੁਹਾਨੂੰ ਵਿਸ਼ਵਾਸ ਜਤਾਉਂਦੇ ਨੇ ਤੁਹਾਡੇ ਤੇ ਕਿ ਤੁਹਾਡੇ ਲਈ ਕੋਈ ਕੁਝ ਕਰੂਗਾ ਆ ਕੇ, ਕਰਦਾ ਹੀ ਕਿ ਕੁਝ ਹੈ ਨਹੀਂ। ਬਹੁਤ ਬੁਰਾ ਹਾਲ ਹੈ ਜੀ ਉੱਥੇ ਤਾਂ। ਅੱਛਾ, ਪਿੱਛੇ ਜੇ ਮੇਰੇ ਕੰਨੀ ਗੱਲ ਪਈ ਸੀ, ਕਹਿੰਦੇ ਕਿ ਲਲਹੇੜੀ ਰੋਡ ਦੇ ਉੱਤੇ ਧਰਨਾ ਵੀ ਲੱਗਿਆ ਸੀ, ਜਿੱਥੇ ਕੋਟਲੀ ਸਾਹਿਬ ਵੀ ਖੁਦ ਪਹੁੰਚੇ ਸੀਗੇ, ਤੇ ਉਹਨਾਂ ਦਾ ਹੀ ਕਿਤੇ ਨਾ ਕਿਤੇ ਵਰਡਿੰਗ ਇਹ ਕਹੀ ਗਈ ਕਿ ਮੈਂ ਤੁਹਾਡੇ ਨਾਲ ਆਪ ਚੱਲਦਾ ਤੇ ਆਪਾਂ ਮਿੰਨਤਾਂ ਕਰਦੇ ਹਾਂ ਠੇਕੇਦਾਰ ਦੀਆਂ। ਇਹ ਸੱਚ ਹੈ ਗੱਲ? ਹਾਂਜੀ ਬਿਲਕੁਲ ਜੀ। ਮੇਰੇ ਹਸਬੈਂਡ ਯਾਦੂ ਜੀ ਧਰਨੇ ਤੇ ਬੈਠੇ ਸੀ, ਉਹ 5-6 ਦਿਨ ਉੱਥੇ ਹੀ ਰਹੇ ਨੇ ਦਿਨ ਰਾਤ। ਤੇ ਕੋਟਲੀ ਸਾਹਿਬ ਕਹਿੰਦੇ ਕਿ ਕੋਈ ਗੱਲ ਨਹੀਂ, ਮੈਂ ਠੇਕੇਦਾਰ ਦੀ ਮਿੰਨਤ ਕਰੂੰਗਾ। ਤੁਸੀਂ ਦੇਖੋ ਕਿੰਨੀ ਫਨੀ ਗੱਲ ਹੈ ਕਿ ਬੰਦਾ ਕਵੇ, ਇੱਕ ਮੰਤਰੀ ਹੋ ਕੇ ਤੁਸੀਂ ਕਹੋ ਵੀ ਮੈਂ ਠੇਕੇਦਾਰ ਦੀ ਮਿੰਨਤ ਕਰਦਾ। ਕਿਉਂ ਕਹਿੰਦੇ ਨੇ ਉਹ ਤਾਂ ਕਹਿੰਦੇ ਨੇ ਕਿਉਂਕਿ ਉਹ ਆਪ ਕਾਣੇ ਨੇ। ਉਹਨਾਂ ਨੇ ਆਲਰੇਡੀ ਕਮਿਸ਼ਨ ਲਿਆ ਹੋਇਆ। ਅਗਰ ਤੁਸੀਂ ਕਮਿਸ਼ਨ ਲਿਆ ਤਾਂ ਤੁਸੀਂ ਕਹਿੰਦੇ ਹੁੰਦੇ ਹੋ ਕਿ ਮੈਂ ਮਿਹਨਤ ਕਰੂੰਗਾ। ਅਦਰਵਾਈਜ਼ ਬੀਇੰਗ ਅ ਮੰਤਰੀ ਤੁਸੀਂ ਉਹਨਾਂ ਨੂੰ ਕਹੋ ਕਿ ਤੁਹਾਡੀ ਡਿਊਟੀ ਆ, ਤੁਸੀਂ ਕੰਮ ਕਰੋ। ਅਗਰ ਆਪਣਾ ਕਮਿਸ਼ਨ ਨਾ ਲਿਆ ਹੁੰਦਾ ਤਾਂ ਉਹਨਾਂ ਨੂੰ ਕਹਿ ਸਕਦੇ ਸੀ। ਹੁਣ ਉਹ ਕੁਝ ਕਹਿ ਹੀ ਨਹੀਂ ਸਕਦੇ, ਤਾਂ ਹੀ ਕਹਿੰਦੇ ਨੇ ਮੈਂ ਮਿਹਨਤ ਕਰੂੰਗਾ। ਅੱਛਾ, ਇੱਕ ਜਿਹੜੀ ਪਾਰਟੀ, ਹਰ ਇੱਕ ਪਾਰਟੀ ਵੇਖਿਆ ਜਾਵੇ ਤਾਂ ਮੈਮ ਐਲਾਨ ਕਰ ਰਹੀ ਹੈ, ਜਿਵੇਂ ਆਮ ਆਦਮੀ ਪਾਰਟੀ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਅਸੀਂ 1000 ਰੁਪਇਆ ਪ੍ਰਤੀ ਮਹੀਨਾ ਜਿਹੜਾ ਆ ਇੱਕ ਔਰਤ ਨੂੰ ਦੇਵਾਂਗੇ। ਉਸ ਤੋਂ ਬਾਅਦ ਤੁਹਾਡੀ ਪਾਰਟੀ ਨੇ ਵੀ ਐਲਾਨ ਕੀਤਾ ਸੀ ਕਿ 2000 ਰੁਪਇਆ ਜਿਹੜਾ ਪ੍ਰਤੀ ਮਹੀਨੇ ਜਿਹੜਾ ਨੀਲੇ ਕਾਰਡ ਧਾਰਕ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਦਿੱਤਾ ਜਾਵੇਗਾ। ਪਰ ਲੋਕ ਮੈਮ ਇਹ ਸਵਾਲ ਕਰਦੇ ਨੇ ਵੀ ਇਹ ਪੈਸਾ ਆਵੇਗਾ ਕਿੱਥੋਂ? ਵੇਖਿਆ ਜਾਵੇ ਤਾਂ ਤੁਸੀਂ ਆਮ ਕੀ ਸੋਚਦੇ ਹੋ ਵੀ ਕਿੱਥੋਂ ਕੀ ਹਿਸਾਬ ਕਿਤਾਬ ਹੋਵੇਗਾ ਸਾਰਾ ਕੁਝ? ਦੇਖੋ ਪਹਿਲੀ ਗੱਲ ਤਾਂ ਜੀ ਮੈਂ ਕਹਿੰਦੀ ਹਾਂ ਕਿ ਜਿਹੜੇ ਆਪਾਂ ਹਰ ਚੀਜ਼ ਲੈਂਦੇ ਹਾਂ, ਹਰ ਚੀਜ਼ 'ਤੇ ਆਪਾਂ ਟੈਕਸ ਪੇ ਕਰਦੇ ਹਾਂ। ਚਾਹੇ ਇੱਕ ਛੋਟੀ ਤੋਂ ਬੜੀ ਚੀਜ਼ 'ਤੇ ਵੀ ਟੈਕਸ ਹੁੰਦਾ। ਉਹ ਆਪਣਾ ਹੀ ਪੈਸਾ ਹੁੰਦਾ ਜਿਹੜਾ ਟੈਕਸ ਦੇ ਕੇ ਆਪਾਂ ਗਵਰਨਮੈਂਟ ਨੂੰ ਦਿੰਦੇ ਹਾਂ, ਉਹੀ ਆਪਾਂ ਲੋਕਾਂ ਨੂੰ ਦਿੰਦੇ ਹਾਂ। ਠੀਕ ਹੈ, ਬਟ ਆਪਣੇ ਹੁੰਦਾ ਕੀ ਆ, ਟੈਕਸ ਪੇ ਕਰਕੇ ਉਹ ਪੈਸਾ ਗਵਰਨਮੈਂਟ ਕੋਲ ਚਲੇ ਜਾਂਦਾ, ਉਹ ਮੁੜ ਕੇ ਇਹਨਾਂ ਦੀਆਂ ਜੇਬਾਂ 'ਚ ਚਲੇ ਜਾਂਦਾ, ਆਪਣੇ ਤੱਕ ਤਾਂ ਪਹੁੰਚਦਾ ਹੀ ਨਹੀਂ ਹੈਗਾ ਉਹ। ਠੀਕ ਹੈ, ਬਟ ਉਹੀ ਆ ਨਾ ਕਿ ਆਪਾਂ ਲੋਕਾਂ ਦਾ ਹੀ ਪੈਸਾ ਲੋਕਾਂ ਨੂੰ ਹੀ ਵੰਡਣਾ ਆਪਾਂ।
ਹਾਂਜੀ। ਅੱਛਾ ਮੈਮ, ਬਹੁਤ ਜਿਵੇਂ ਕਿ ਲੋਕ ਨੇ ਸਵਾਲ ਇਹ ਵੀ ਕਰਦੇ ਨੇ ਵੀ ਐਤਕੀ ਬਹੁਤ ਔਖਾ ਹੋਇਆ ਕਿਉਂਕਿ ਕਿਸਾਨ ਵੀ ਜਿਹੜੇ ਨੇ, ਕਿਸਾਨਾਂ ਨੇ ਵੀ ਆਪਣੀ ਪਾਰਟੀ ਬਣਾ ਲਈ। ਕਿਸਾਨਾਂ ਨੇ ਵੀ ਹੁਣ ਆਪਣਾ ਸਾਂਝਾ ਮੋਰਚਾ ਜਿਹੜੇ ਪਾਰਟੀ ਸੀ ਐਲਾਨ ਕਰ ਦਿੱਤੀ ਕਿ ਅਸੀਂ ਵੀ ਹੁਣ ਚੋਣ ਮੈਦਾਨ ਦੇ ਵਿੱਚ ਉਤਰਾਂਗੇ। ਉਹ ਵੀ ਉਤਰ ਰਹੇ ਨੇ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਹੋ ਸਕਦਾ ਵੀ ਅਕਾਲੀ ਦਲ ਬਸਪਾ ਜਿਹੜਾ ਗੱਠਜੋੜ ਹੋਇਆ ਹੈ, ਇਸ ਨੂੰ ਕਿਤੇ ਨਾ ਕਿਤੇ ਕੰਪੀਟੀਸ਼ਨ, ਮੈਂ ਕਹਿ ਸਕਦਾ ਇੱਕ ਟਫ ਕੰਪੀਟੀਸ਼ਨ ਜਿਹੜਾ ਕਹਿ ਸਕਦਾ ਵੀ ਉਹ ਕਿਸਾਨਾਂ ਵੱਲੋਂ ਦੇਣਾ ਹੋ ਸਕਦਾ ਹੈ? ਨਹੀਂ ਜੀ, ਦੇਖੋ ਸਾਨੂੰ ਪੂਰਾ ਵਿਸ਼ਵਾਸ ਹੈ ਆਪਣੇ ਪੂਰੇ ਖੰਨੇ ਇਲਾਕੇ ਤੇ, ਆਪਣੇ ਵਰਕਰਸ ਤੇ, ਆਪਣੀ ਟੀਮ ਤੇ, ਕਿ ਉਹ ਪੂਰੀ ਡੈਡੀਕੇਸ਼ਨ ਨਾਲ, ਤੁਸੀਂ ਦੇਖੋ ਵੀ ਆਪਣੀ ਅਸੀਂ ਸੇਵਾ ਕਰ ਰਹੇ ਹਾਂ ਇੰਨੇ ਸਾਲਾਂ ਤੇ, ਸਾਨੂੰ ਵਿਸ਼ਵਾਸ ਹੈ ਸਾਰਿਆਂ ਤੇ ਕਿ ਮਤਲਬ ਸਾਨੂੰ ਇਹ ਨਹੀਂ ਆ ਕਿ ਸਾਨੂੰ ਕੋਈ ਕਿਸੇ ਤੋਂ ਕੋਈ ਡਰਨ ਦੀ ਲੋੜ ਨਹੀਂ, ਸਾਡਾ ਕੋਈ ਕਿਸੇ ਨਾਲ ਮੁਕਾਬਲਾ ਨਹੀਂ, ਅਸੀਂ ਆਪਣੇ ਸਾਰਿਆਂ ਤੇ ਵਿਸ਼ਵਾਸ ਨਾਲ ਅੱਗੇ ਚੱਲ ਰਹੇ ਹਾਂ। ਅੱਛਾ, ਇੱਕ ਚੀਜ਼ ਹੋਰ ਹੈ ਮੈਮ, ਮੈਂ ਸੁਣੀ ਹੈ ਗੱਲ, ਕਹਿੰਦੇ ਵੀ ਜਦ ਵੀ ਕੋਈ ਐਮਐਲਏ ਬਣ ਜਾਂਦਾ ਜਾਂ ਮੰਤਰੀ ਬਣ ਜਾਂਦਾ, ਮੰਤਰੀ ਲੈਵਲ ਦਾ ਬਣ ਜਾਂਦਾ, ਮੈਂ ਕੋਟਲੀ ਸਾਹਿਬ ਦੀ ਗੱਲ ਕਰਾਂ ਤਾਂ ਉਹ ਅਕਸਰ ਕਹਿ ਦਿੰਦੇ ਨੇ ਵੀ ਖਜ਼ਾਨਾ ਖਾਲੀ ਹੈ, ਵੀ ਅਸੀਂ ਤਾਂ ਹੁਣ ਅਸੀਂ ਕੀ ਕਰੀਏ, ਵੀ ਸਾਡੇ ਤਾਂ ਪਿੱਛੋਂ ਹੀ ਖਜ਼ਾਨਾ ਖਾਲੀ ਹੈ। ਤੁਹਾਨੂੰ ਲੱਗਦਾ ਵੀ ਖਜ਼ਾਨਾ ਕਦੇ ਪੰਜਾਬ ਦਾ ਉਹ ਖਾਲੀ ਹੋ ਸਕਦਾ ਹੈ, ਵੀ ਜਿੱਥੇ ਐਗਰੀਕਲਚਰ ਲੈਂਡ ਇੰਨਾ ਹੋਵੇ, ਇੰਨੀ ਪ੍ਰੋਡਕਸ਼ਨ ਹੁੰਦੀ ਹੋਵੇ, ਇੰਨੇ ਲੋਕ ਕੰਮ ਕਰਦੇ ਹੋਣ, ਤੇ ਉਸ ਦੇ ਬਾਅਦ ਵੀ ਜੇ ਖਜ਼ਾਨਾ ਖਾਲੀ, ਤੁਹਾਨੂੰ ਲੱਗਦਾ ਵੀ ਕਦੇ ਖਜ਼ਾਨਾ ਖਾਲੀ ਹੋ ਸਕਦਾ ਪੰਜਾਬ ਦਾ? ਨਹੀਂ ਜੀ, ਐਵੇਂ ਦੀ ਕੋਈ ਗੱਲ ਨਹੀਂ ਹੈਗੀ। ਉਹ ਤਾਂ ਸਿਰਫ ਜਦੋਂ ਉਹਨਾਂ ਨੇ ਆਪਣੇ ਮਤਲਬ ਆਪਣੇ ਮੋਟਿਵ ਲਈ ਉਹ ਚੀਜ਼ਾਂ ਲੈਣੀਆਂ ਨੇ, ਫਿਰ ਤਾਂ ਉਹਨਾਂ ਨੇ ਕਹਿਣਾ ਹੀ ਕਹਿਣਾ। ਲਾਉਣ ਵਾਸਤੇ ਉਹਨਾਂ ਕੋਲ ਖਜ਼ਾਨਾ ਖਾਲੀ ਹੋ ਜਾਂਦਾ। ਜਦੋਂ ਉਹਨਾਂ ਨੂੰ ਲੱਗਦਾ ਕਿ ਅਸੀਂ ਇੱਥੇ ਪੈਸੇ ਲਾਉਣੇ ਆ ਤਾਂ ਉਹ ਖਜ਼ਾਨਾ ਖਾਲੀ ਹੋ ਜਾਂਦਾ। ਤੁਸੀਂ ਉਹਨਾਂ ਦੀ ਆਪਣੀਆਂ ਪ੍ਰਾਪਰਟੀ ਦੇਖ ਲਓ, ਪਹਿਲਾਂ ਕੰਪੈਰੀਜ਼ਨ ਕਰਕੇ ਦੇਖੋ ਨਾ, ਤੇ ਐਮਐਲਏ ਸਾਹਿਬ ਦੀ ਪਹਿਲਾਂ ਦੀ ਪ੍ਰਾਪਰਟੀ ਤੇ ਹੁਣ ਦੀ ਪ੍ਰਾਪਰਟੀ ਦੇਖੋ ਤੁਸੀਂ, ਕਿੰਨਾ ਡਿਫਰੈਂਸ ਆ। ਤੇ ਫਿਰ ਉਹ ਪੈਸਾ ਕਿੱਥੋਂ ਆ ਗਿਆ? ਉਹ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਵੀ ਇਸੇ ਲੋਕਾਂ ਦੇ ਪੈਸੇ ਤੋਂ ਜਿਹੜਾ ਬਣਾਇਆ ਹੋਇਆ ਜੀ, ਲੋਕਾਂ ਦਾ ਹੀ ਪੈਸਾ ਉਹ, ਲੋਕਾਂ ਦਾ ਹੀ ਪੈਸਾ ਉਹ, ਉਹਨਾਂ ਨੇ ਸਿਰਫ ਆਪਣੀਆਂ ਜੇਬਾਂ 'ਚ ਪਾਇਆ ਹੋਇਆ। ਸਾਰੇ ਖੰਨੇ ਦਾ ਪੈਸਾ ਉਹ, ਜਿਹੜਾ ਜਿਨ੍ਹਾਂ ਤੇ ਰਾਈਟ ਬਣਦਾ ਸੀ ਉਹਨਾਂ ਦਾ। ਗਵਰਨਮੈਂਟ ਤੋਂ ਫੰਡਸ ਲੋਕਾਂ ਵਾਸਤੇ ਆਉਂਦੇ ਨੇ ਨਾ, ਲੋਕੀ ਟੈਕਸ ਪੇ ਕਰਦੇ ਨੇ, ਉਹੀ ਪੈਸਾ ਉਹਨਾਂ ਵਾਸਤੇ ਆਉਂਦਾ, ਤੇ ਫਿਰ ਉਹੀ ਪੈਸਾ ਹੁੰਦਾ ਨਾ ਜਿਹੜਾ ਉਹਨਾਂ ਦੀ ਜੇਬਾਂ 'ਚ ਚਲੇ ਜਾਂਦਾ। ਇਹ ਤਾਂ ਅੱਛਾ ਮੈਮ, ਤੁਸੀਂ ਜਿਵੇਂ ਹੁਣ ਐਂਟਰੀ ਲਈ ਆ, ਸਿਆਸਤ ਦੇ ਵਿੱਚ ਆਏ ਹੋ, ਲੋਕ ਜਿਹੜਾ ਆ ਇਹ ਵੀ ਕਹਿ ਰਹੇ ਨੇ ਵੀ ਹੁਣ ਇੱਕ ਚਲ ਧੀ ਪੰਜਾਬ ਦੇ ਵਿੱਚੋਂ ਉੱਠੀ ਹੈ। ਬਹੁਤ ਘੱਟ ਧੀਆਂ ਨੇ ਜਿਹੜੀਆਂ ਸਿਆਸਤ ਦੇ ਵਿੱਚ ਪੈਰ ਰੱਖਦੀਆਂ ਨੇ, ਪਰ ਮੈਂ ਜੇ ਇੱਕ ਨੋਰਮਲ ਜਿਹਾ ਸਵਾਲ ਪੁੱਛਾਂ ਕਿ ਜਸਦੀਪ ਕੌਰ ਯਾਦੂ ਦਾ ਸਿਆਸਤ ਦੇ ਵਿੱਚ ਕਿਵੇਂ ਆਉਣਾ ਹੋਇਆ? ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਸੈਕਿੰਡ ਟਰਮ ਹੈ ਮੇਰੀ, ਇਹ ਮੈਂ ਮਿਊਨਿਸਪਲ ਕਮੇਟੀ ਦੀ ਮੈਂਬਰ ਹਾਂ। ਇਟਸ ਮਾਈ ਸੈਕਿੰਡ ਟਰਮ, ਤੇ ਸੇਵਾ 'ਚ ਤਾਂ ਲੱਗੇ ਹੋਏ ਆ। ਯਾਦੂ ਜੀ ਤਾਂ 17-18 ਸਾਲ ਤੋਂ ਲੱਗੇ ਹੋਏ ਨੇ, ਤੇ ਹੁਣ ਤਾਂ ਮੈਂ ਵੀ ਪੂਰੀ ਡੈਡੀਕੇਸ਼ਨ ਨਾਲ ਮਤਲਬ ਲੱਗੀ ਹੋਈ ਹਾਂ, ਕਿਉਂਕਿ ਅਗਰ ਮੈਂ ਇਸ ਲਾਈਨ 'ਚ ਆ ਗਈ, ਮੈਂ ਆਪਣੇ ਪਹਿਲਾਂ ਹੀ ਹਸਬੈਂਡ ਨਾਲ ਨੂੰ ਕਿਹਾ ਸੀ ਯਾਦੂ ਜੀ ਨੂੰ ਕਿ ਮੈਂ ਇਹ ਨਹੀਂ ਆ ਕਿ ਮੈਂ ਚਲੋ ਸਿਰਫ ਇੱਕ ਇਲੈਕਸ਼ਨ ਲੜਨ ਵਾਸਤੇ ਅੱਗੇ ਆਈ ਹਾਂ, ਕਿ ਮੈਂ ਲੋਕਾਂ ਨੂੰ ਕਹਿ ਰਹੀ ਹਾਂ ਕਿ ਨਹੀਂ, ਤੁਸੀਂ ਇੱਕ ਬੀਇੰਗ ਅ ਵਿਮਨ, ਤੁਸੀਂ ਮੇਰੀ ਹੈਲਪ ਕਰੋ, ਮੇਰੀ ਸਪੋਰਟ ਕਰੋ। ਇਹ ਨਹੀਂ ਹੈ ਕਿ ਮੈਂ ਸਿਰਫ ਇੱਕ ਇਲੈਕਸ਼ਨ ਲੜਨ ਵਾਸਤੇ ਕਹਿ ਰਹੀ ਹਾਂ। ਅਸੀਂ ਦੋਨੋਂ ਮਿਲ ਕੇ ਹੀ ਅੱਗੇ ਕੰਮ ਕਰਾਂਗੇ, ਯਾਦੂ ਜੀ ਤੇ ਮੈਂ, ਅਸੀਂ ਮਿਲ ਕੇ ਹੀ ਆਪਣੇ ਖੰਨੇ ਦਾ ਸੁਧਾਰ ਕਰਨਾ। ਅੱਛਾ, ਖੰਨੇ ਨੂੰ ਲੈ ਕੇ ਮੈਮ ਲੋਕਾਂ ਦੇ ਮਨਾਂ ਦੇ ਵਿੱਚ ਬੜੇ ਸਵਾਲ ਹੁੰਦੇ ਨੇ, ਖਾਸ ਕਰਕੇ ਜ਼ਿਲ੍ਹੇ ਨੂੰ ਲੈ ਕੇ। ਵੱਖ-ਵੱਖ ਪਾਰਟੀਆਂ ਆਉਂਦੀਆਂ ਨੇ, ਵੱਖ-ਵੱਖ ਉਮੀਦਵਾਰ ਜਦ ਆਉਂਦੇ ਨੇ ਹਰ ਵਾਰ ਇਲੈਕਸ਼ਨ ਦੇ ਵਿੱਚ, ਤਾਂ ਇਹ ਐਲਾਨ ਕਰ ਦਿੰਦੇ ਨੇ ਵੀ ਭਾਈ ਤੁਸੀਂ ਸਾਨੂੰ ਵੋਟ ਪਾਇਓ, ਵੀ ਐਤਕੀ ਅਸੀਂ ਖੰਨੇ ਨੂੰ ਜ਼ਿਲ੍ਹਾ ਬਣਾਉਣਾ ਹੈ, ਵੀ ਐਤਕੀ ਆਪਾਂ ਪੱਕਾ ਕਰ ਦੇਣਾ ਵੀ ਜ਼ਿਲ੍ਹਾ ਬਣਾ ਦੇਣਾ ਹੈ। ਪਰ ਮੰਨ ਲਓ ਹੁਣ ਤੁਹਾਡੀ ਪਾਰਟੀ ਵਿਜੇਤਾ ਹੁੰਦੀ ਹੈ, ਕਿ ਅਸੀਂ ਉਮੀਦ ਕਰ ਸਕਦੇ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਖੰਨਾ ਇੱਕ ਜ਼ਿਲ੍ਹਾ ਬਣ ਜਾਊਗਾ? 101%। ਦੇਖੋ ਜੀ, ਜਦੋਂ ਐਮਐਲਏ ਸਾਹਿਬ ਨੇ ਪ੍ਰੋਮਿਸ ਕੀਤਾ ਸੀ ਪਿਛਲੀ ਵਾਰੀ ਕਿ ਮੈਂ ਜ਼ਿਲ੍ਹਾ ਬਣਾਉਂਗਾ, ਮੈਨੂੰ ਤੁਸੀਂ ਵੋਟਾਂ ਪਾ ਦਿਓ, ਠੀਕ ਹੈ, ਮੈਂ ਮੈਡੀਕਲ ਕਾਲਜ ਲੈ ਕੇ ਆਉਂਗਾ, ਮੈਨੂੰ ਤੁਸੀਂ ਵੋਟਾਂ ਪਾ ਦਿਓ। ਬਟ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਆਪਣਾ ਮੰਤਰੀ ਮੰਡਲ ਲੈ ਲਿਆ। ਆਪਸ਼ਨ ਹੁੰਦੀ ਹੈ ਨਾ ਕਿ ਉਹ ਕਹਿੰਦੇ ਕਿ ਚਲੋ ਜੀ, ਚਾਹੇ ਤੁਸੀਂ ਜ਼ਿਲ੍ਹਾ ਬਣਾ ਲਓ, ਚਾਹੇ ਉਹ ਕਹਿੰਦੇ ਕਿ ਜ਼ਿਲ੍ਹਾ ਬਣੇ ਨਾ ਬਣੇ, ਤੁਸੀਂ ਮੈਨੂੰ ਮੰਤਰੀ ਬਣਾ ਦਿਓ, ਕਿਉਂਕਿ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਉਹ ਤਾਂ ਸਿਰਫ ਇੱਕ ਕਦੀ ਕਦਾਈ ਇੱਥੇ ਆਉਂਦੇ ਨੇ ਚੰਡੀਗੜ੍ਹ ਰਹਿਣਾ, ਉਹਨਾਂ ਨੂੰ ਕੀ ਮਤਲਬ ਆ ਵੀ ਖੰਨੇ ਦੇ ਲੋਕੀ ਚਾਹੇ ਨਰਕ ਭੋਗਣ, ਜੋ ਮਰਜ਼ੀ ਕਰਨ। ਅਸੀਂ ਤਾਂ ਇਹ ਚੀਜ਼ਾਂ ਕਰਕੇ ਦਿਖਾਉਣੀਆਂ ਨੇ। ਅਸੀਂ ਜ਼ਿਲ੍ਹਾ, ਆਪਣੀ ਸਰਕਾਰ ਆਉਂਦੀ ਹੈ, ਅਸੀਂ ਜਿੱਤਦੇ ਹਾਂ, ਖੰਨਾ ਜ਼ਿਲ੍ਹਾ ਵੀ ਬਣੂਗਾ, ਮੈਡੀਕਲ ਕਾਲਜ ਵੀ ਬਣੂਗਾ, ਇੱਥੇ ਸਫਾਈ ਵੀ ਹੋਊਗੀ। ਉਹੋ ਜਿਹੇ ਕੰਮ ਅਸੀਂ ਕਰਕੇ ਦਿਖਾਉਣੇ ਨੇ ਜਿਹੜੇ ਹੁਣ ਤੱਕ ਕਦੇ ਕਿਸੇ ਨੇ ਨਹੀਂ ਕਰੇ। ਅੱਛਾ, ਇੱਕ ਪਾਰਕ ਦੀ ਬੜੀ ਦਿੱਕਤ ਹੈ, ਮੈਂ ਸੁਣਿਆ ਵੀ ਇੱਥੇ ਖੰਨੇ ਦੇ ਵਿੱਚ ਕੋਈ ਐਸਾ ਪਾਰਕ ਨਹੀਂ ਜਿੱਥੇ ਫੈਮਿਲੀ ਆਪਣੇ ਛੋਟੇ ਬੱਚਿਆਂ ਨੂੰ ਲੈ ਕੇ ਉੱਥੇ ਕੋਈ ਚਿਲਡਰਨ, ਮਤਲਬ ਕਿ ਬੱਚਿਆਂ ਦੇ ਖੇਡਣ ਦਾ ਸਮਾਨ ਹੋਵੇ, ਜਾਂ ਕੋਈ ਸੈਰ ਸਪਾਟੇ ਵਾਲੀ ਕੋਈ ਜਗ੍ਹਾ ਹੋਵੇ। ਐਸੀ ਖੰਨੇ ਦੀ ਆਬਾਦੀ ਬਹੁਤ ਵੱਡੀ ਹੈ, ਮੈਂ ਸੁਣਿਆ 1,70,000 ਦੇ ਕਰੀਬ ਜਿਹੜੀ ਵੋਟ ਹੈ ਖੰਨੇ ਦੀ, ਪਰ ਫਿਰ ਵੀ ਇੱਥੇ ਕੋਈ ਪਾਰਕ ਨਹੀਂ ਹੈਗਾ। ਤੁਸੀਂ ਬਣਾਓਗੇ ਕੋਈ? ਬਿਲਕੁਲ ਬਣਾਵਾਂਗੇ ਜੀ। ਪਹਿਲਾਂ ਤਾਂ ਮੈਂ ਦੱਸੂੰਗੀ, ਇੱਕੋ ਹੀ ਇੱਥੇ ਹੈਗਾ ਪਾਰਕ, ਪ੍ਰੇਮ ਭੰਡਾਰੀ ਪਾਰਕ। ਉਹਦੇ ਵਿੱਚ ਉਹ ਤੁਸੀਂ ਉਹਦਾ ਹਾਲ ਦੇਖ ਲਓ। ਉੱਥੇ ਇਹ ਨਹੀਂ ਆ ਕਿ ਤੁਸੀਂ ਉੱਥੇ ਜਾ ਕੇ ਸੈਰ ਨਹੀਂ ਕਰ ਸਕਦੇ, ਕੋਈ ਕੰਫਰਟੇਬਲੀ ਤੁਸੀਂ ਘੁੰਮ ਨਹੀਂ ਸਕਦੇ। ਅਸੀਂ ਪਹਿਲਾਂ ਹੀ ਪਲਾਨ ਕੀਤਾ ਹੋਇਆ ਕਿ ਅਸੀਂ 5 ਵੱਡੇ ਪਾਰਕ ਬਣਾਉਣੇ ਆ ਇੱਥੇ ਆਊਟਰ ਵਾਰਡਸ 'ਚ, ਕਿਉਂਕਿ ਇਨਰ ਖੰਨਾ ਦੇ ਵਿੱਚ ਤਾਂ ਕੋਈ ਜਗ੍ਹਾ ਹੈ ਹੀ ਨਹੀਂ। ਆਊਟਰ ਵਾਰਡਸ ਦੇ ਵਿੱਚ ਅਸੀਂ 5 ਪਾਰਕ ਬਣਾਉਣੇ ਆ, ਤੇ ਇੱਕ ਪਾਰਕ ਬਣਾਉਣਾ ਓਨਲੀ ਫॉर ਲੇਡੀਜ਼ ਐਂਡ ਫॉर ਕਿਡਸ,
ਕਿ ਜਿੱਥੇ ਕੰਫਰਟੇਬਲੀ ਲੇਡੀਜ਼ ਆਪਣਾ ਇੰਜੋਏ ਕਰ ਸਕਦੀਆਂ ਨੇ, ਸੈਰ ਕਰ ਸਕਦੀਆਂ ਨੇ, ਐਰੋਬਿਕਸ ਕਰ ਸਕਦੀਆਂ ਨੇ, ਜਿੱਦਾਂ ਵੀ ਉਹਨਾਂ ਨੂੰ ਕੰਫਰਟੇਬਲ ਲੱਗਦਾ। ਇਹ ਚੀਜ਼ਾਂ ਅਸੀਂ ਪਲਾਨ ਕਰ ਚੁੱਕੇ ਹਾਂ, ਅਸੀਂ ਜਗ੍ਹਾ ਵੀ ਦੇਖ ਚੁੱਕੇ ਹਾਂ। ਅਸੀਂ ਦੇਖੋ ਜੋ ਵੀ ਅਸੀਂ ਡਿਸਾਈਡ ਕੀਤਾ ਨਾ, ਅਸੀਂ ਉਹ ਐਜ਼ ਅ ਪ੍ਰੂਫ ਤੁਸੀਂ ਵੀ ਦੇਖ ਸਕਦੇ ਹੋ, ਅਸੀਂ ਮਤਲਬ ਉਹ ਚੀਜ਼ਾਂ ਲਿਖ ਕੇ ਲੋਕਾਂ ਨੂੰ ਦੇ ਰਹੇ ਹਾਂ ਕਿ ਜਿਹੜੀਆਂ ਵੀ ਚੀਜ਼ਾਂ ਅਸੀਂ ਪਲਾਨ ਕੀਤੀਆਂ ਨੇ। ਔਰ ਪਲੈਨਿੰਗ ਮੀਨਸ ਇਹ ਨਹੀਂ ਆ ਕਿ ਅਸੀਂ ਲੋਕਾਂ ਨੂੰ ਜਾ ਕੇ ਵੋਟਾਂ ਮੰਗ ਰਹੇ ਹਾਂ ਕਿ ਚਲੋ ਮੈਂ ਕਹਾਂ ਮੈਨੂੰ ਬਣਾ ਦਿਓ, ਅਸੀਂ ਆਹ ਕਰਨਾ, ਅਸੀਂ ਉਹ ਕਰਨਾ। ਅਸੀਂ ਉਹ ਚੀਜ਼ਾਂ ਸੋਚ ਲਿਆ ਵੀ ਕਰਨੀਆਂ ਕਿੱਦਾਂ ਨੇ। ਹੁਣ ਤੁਸੀਂ ਇਹ ਦੇਖੋ, ਗੁਰੂ ਅਮਰਦਾਸ ਮਾਰਕੀਟ ਦੇ ਵਿੱਚ ਕਿੱਡਾ ਵੱਡਾ ਇਸ਼ੂ ਆ ਪਾਰਕਿੰਗ ਦਾ। ਉੱਥੇ ਜਗ੍ਹਾ ਹੀ ਹੈ ਨਹੀਂ ਕਿੱਥੇ। ਅਸੀਂ ਟੈਂਕੀ ਵਾਲੀ ਜਗ੍ਹਾ ਹੈਗੀ ਹੈ ਇੱਕ ਉੱਥੇ, ਉਹਦੇ ਵਿੱਚ ਬਹੁਤ ਜ਼ਿਆਦਾ ਕੈਪੈਸਿਟੀ ਆ। ਉਹ ਜਗ੍ਹਾ ਪਹਿਲਾਂ ਵੀ ਉੱਥੇ ਦੀ ਪਈ ਆ, ਹੁਣ ਵੀ ਉੱਥੇ ਹੀ ਆ। ਬਟ ਗੱਲ ਇਹ ਆ ਕਿ ਉੱਥੇ ਬਣਾਉਣ ਵਾਸਤੇ ਕੁਝ ਪੈਸਾ ਲਾਉਣਾ ਪੈਣਾ। ਪੈਸਾ ਤੁਸੀਂ ਫੰਡਸ ਲਿਆ ਕੇ ਤੁਸੀਂ ਉੱਥੇ ਲਾ ਦੋਗੇ ਤਾਂ ਤੁਹਾਡੇ ਪੱਲੇ ਕੀ ਪੈਣਾ। ਇਹ ਚੀਜ਼ ਹੋ ਰਹੀ ਆ। ਐਮਐਲਏ ਸਾਹਿਬ ਤਾਂ ਹੁਣ ਜਿਹੜਾ ਫੰਡਸ ਆਉਂਦਾ ਉਹ ਪਹਿਲਾਂ ਆਪਣਾ ਹੀ ਕਮਿਸ਼ਨ ਹੁੰਦਾ, ਉਹ ਆਪਣੀ ਵੰਡ ਪੈ ਜਾਂਦੀ ਆ, ਉਹਦਾ ਇੰਨਾ ਉਹਦਾ ਉਨਾ ਹੋ ਗਿਆ ਨਾ, ਤਾਂ ਲੋਕਾਂ ਵਾਸਤੇ ਤਾਂ ਬਚਦਾ ਹੀ ਕੁਛ ਨਹੀਂ। ਅਸੀਂ ਉੱਥੇ ਮਲਟੀ ਬੇਸਮੈਂਟ ਪਾਰਕਿੰਗ ਬਣਾਉਣੀ ਆ। ਹਾਂਜੀ ਬਿਲਕੁਲ। ਔਰ ਅਸੀਂ ਇਹ ਚੀਜ਼ ਲਿਖ ਕੇ ਮਤਲਬ ਡਿਸਟ੍ਰੀਬਿਊਟ ਕਰ ਰਹੇ ਹਾਂ। ਉੱਥੇ ਮਲਟੀ ਬੇਸਮੈਂਟ ਪਾਰਕਿੰਗ ਬਣੂਗੀ। ਮਲਟੀ ਬੇਸਮੈਂਟ ਪਾਰਕਿੰਗ ਬਣਨ ਦੇ ਨਾਲ ਜਿੰਨੇ ਵੀ ਗੁਰੂ ਅਮਰਦਾਸ ਮਾਰਕੀਟ ਦੇ ਵਿੱਚ ਕਿੰਨਾ ਜ਼ਿਆਦਾ ਜਾਮ ਲੱਗ ਜਾਂਦਾ ਉੱਥੇ, ਉਹ ਸਾਰੀ ਓਬਵੀਅਸਲੀ ਤੁਹਾਨੂੰ ਵੀ ਆਪਾਂ ਨੂੰ ਪਤਾ ਹੀ ਆ ਕਿ ਜਦੋਂ ਤੁਸੀਂ ਜਾਓ ਉੱਥੇ ਗੱਡੀਆਂ ਆਪਣੀਆਂ ਪਾਰਕ ਕਰੋ, ਟੂ ਦਾ ਪੁਆਇੰਟ ਜਿੱਥੇ ਜਾਣਾ ਤੁਸੀਂ ਚਲੇ ਜਾਓ। ਔਨ ਰੋਡਸ ਜਿੰਨੀਆਂ ਗੱਡੀਆਂ ਲੋਕੀ ਪਾਰਕ ਕਰਕੇ ਚਲੇ ਜਾਂਦੇ ਨੇ, ਉਹ ਵੀ ਸਾਰੀ ਪ੍ਰੋਬਲਮ ਸੋਲਵ ਹੋ ਜੂਗੀ, ਕਿਉਂਕਿ ਮਤਲਬ ਟ੍ਰੈਫਿਕ ਦਾ ਵੀ ਇਸ਼ੂ ਇਹਦੇ ਨਾਲ ਸੋਲਵ ਹੋ ਜੂਗਾ। ਔਰ ਪਬਲਿਕ ਟਾਇਲਟਸ ਕੋਈ ਨਹੀਂ ਹੈਗੇ ਆਪਣੇ ਖੰਨੇ 'ਚ। ਪਬਲਿਕ ਟਾਇਲਟਸ ਮਤਲਬ ਅਸੀਂ ਪਬਲਿਕ ਟਾਇਲਟਸ ਬਣਾਉਣੀਆਂ ਵੀ ਨੇ। ਔਰ ਉਸ ਤੋਂ ਬਾਅਦ ਕਿਸੇ ਨੂੰ ਅਪੁਆਇੰਟ ਵੀ ਕਰਨਾ, ਮੰਥਲੀ ਕਿਸੇ ਨੂੰ ਪੇ ਦੇਵਾਂਗੇ ਕਿ ਚਲੋ ਵੀ ਆਫਟਰ ਐਵਰੀ ਯੂਜ਼ ਕੋਈ ਕਲੀਨ ਕਰੂਗਾ ਉਹਨੂੰ। ਠੀਕ ਹੈ। ਇਹ ਚੀਜ਼ਾਂ ਅਸੀਂ ਕਰਕੇ ਦਿਖਾਣੀਆਂ ਨੇ, ਸੋਚੀਆਂ ਹੋਈਆਂ। ਬਿਲਕੁਲ ਜੀ ਬਿਲਕੁਲ, ਡੈਫੀਨੇਟਲੀ 101%। ਤਾਂ ਹੀ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਅਸੀਂ ਸਾਡਾ ਮੋਟਿਵ ਅੱਗੇ ਆਉਣ ਦਾ ਸੇਵਾ ਕਰਨਾ। ਸਾਨੂੰ ਕੋਈ ਲਾਲਚ ਨਹੀਂ ਹੈ। ਅਸੀਂ ਇੱਕ ਇਹ ਨਹੀਂ ਆ ਕਿ ਅਸੀਂ ਇੱਕ ਪੋਲੀਟਿਕਸ ਦਾ ਸਾਡਾ ਇੱਕ ਪਰਸੈਪਸ਼ਨ ਆਫ ਮਾਈਂਡ ਡਿਫਰੈਂਟ ਆ। ਅਸੀਂ ਤਾਂ ਲੋਕਾਂ ਨੂੰ ਕਰਕੇ ਦਿਖਾਉਣੀਆਂ ਜਿਹੜੀਆਂ ਚੀਜ਼ਾਂ ਲੋਕਾਂ ਦਾ ਵਿਚਾਰਿਆਂ ਦੇ ਵਿਸ਼ਵਾਸ ਕਰਕੇ ਵੋਟਾਂ ਪਾਉਂਦੇ ਨੇ, ਜਿਹੜੀਆਂ ਚੀਜ਼ਾਂ ਹੁਣ ਤੱਕ ਨਹੀਂ ਹੋ ਸਕੀਆਂ ਉਹ ਚੀਜ਼ਾਂ ਕਰਕੇ ਦਿਖਾਉਣੀਆਂ ਨੇ। ਅਸੀਂ ਕਰਪਸ਼ਨ ਫ੍ਰੀ ਖੰਨਾ ਬਣਾਉਣਾ। ਕਰਪਸ਼ਨ ਦੇਖੋ ਤੁਸੀਂ ਮਤਲਬ ਯਾਦੂ ਜੀ ਦਾ ਤਾਂ ਤੁਸੀਂ ਰਿਕਾਰਡ ਦੇਖ ਸਕਦੇ ਹੋ, 17 ਸਾਲ ਹੋ ਗਏ ਅਸੀਂ ਆਪਣੀ ਪਾਕਟ 'ਚੋਂ ਪੈਸਾ ਲਾਇਆ। ਅਸੀਂ ਕਦੀ ਵੀ 1 ਪੈਸੇ ਦੀ ਅਸੀਂ ਘਪਲਾ ਨਹੀਂ ਕੀਤਾ। ਕੋਈ ਵੀ ਪ੍ਰੂਵ ਨਹੀਂ ਕਰ ਸਕਦਾ ਕਦੇ ਵੀ, ਕਿਉਂਕਿ ਅਸੀਂ ਕੀਤਾ ਹੀ ਨਹੀਂ ਕਦੀ। ਜਦੋਂ ਅਸੀਂ ਪੈਸਾ ਖਾਣਾ ਨਹੀਂ ਤੇ ਅਸੀਂ ਖਾਣ ਦੇਣਾ ਵੀ ਨਹੀਂ, ਨਾ ਅਸੀਂ ਰਿਸ਼ਵਤ ਲੈਣੀ ਆ ਤੇ ਨਾ ਅਸੀਂ ਕਿਸੇ ਨੂੰ ਲੈਣ ਦੇਣੀ ਆ। ਅੱਛਾ ਭੈਣੇ, ਇੱਕ ਜ਼ਰੂਰ ਮੈਂ ਗੱਲ ਤੁਹਾਡੇ ਨਾਲ ਜ਼ਰੂਰ ਕਰੂੰਗਾ, ਕਿਉਂਕਿ ਅਕਸਰ ਜਦ ਐਮਐਲਏ ਪਾਵਰ ਦੇ ਵਿੱਚ ਆਉਂਦੇ ਨੇ, ਪਹਿਲਾਂ ਦੀ ਜਿਹੜੀ ਛਵੀ ਹੁੰਦੀ ਆ ਉਹ ਬਹੁਤ ਅਲੱਗ ਹੁੰਦੀ ਹੈ, ਕਿਉਂਕਿ ਹਰ ਇੱਕ ਬੰਦੇ ਦੇ ਆਪਾਂ ਕਹਿ ਸਕਦੇ ਮੂੰਹ ਦੇ ਵਿੱਚ ਨਿਵਾਲਾ ਪਾਉਣ ਤੱਕ ਜਿਹੜੇ ਐਮਐਲਏ ਐਮਪੀ ਜਿਹੜੇ ਹੁੰਦੇ ਨੇ ਜਾਂਦੇ ਨੇ। ਪਰ ਹੁੰਦਾ ਕੀ ਹੈ ਵੀ ਜਦ ਬਾਹਰ ਜਿੱਤ ਜਾਂਦਾ ਬੰਦਾ ਤਾਂ ਉਸ ਤੋਂ ਬਾਅਦ ਅਕਸਰ ਚੀਜ਼ਾਂ ਵੇਖੀਆਂ ਗਈਆਂ ਨੇ ਪੰਜਾਬ ਦੇ, ਕਹਿੰਦੇ ਵੀ ਜ਼ਿਲ੍ਹੇ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਜਿੱਥੋਂ ਵਿਜੇਤਾ ਹੁੰਦੇ ਨੇ, ਜਿੱਥੋਂ ਜੇਤੂ ਹੁੰਦੇ ਨੇ, ਵੀ ਉੱਥੇ ਵੜਦੇ ਹੀ ਨਹੀਂ ਕਦੇ ਐਂ ਤਾਂ ਨਹੀਂ ਹੋਊਗਾ ਫਿਰ ਭੈਣੇ, ਮੈਂ ਤੁਹਾਡੇ ਤੋਂ ਐਕਸਪੈਕਟ ਤਾਂ ਨਹੀਂ ਕਰ ਸਕਦਾ ਵੀ ਕਿ ਮੰਨ ਲਓ ਜਸਦੀਪ ਕੌਰ ਯਾਦੂ ਇੱਥੋਂ ਵਿਜੇਤਾ ਹੁੰਦੇ ਨੇ ਤੇ ਬਾਅਦ ਦੇ ਵਿੱਚ ਜਿਹੜੀਆਂ ਗੱਲਾਂ ਕਹਿ ਰਹੇ ਨੇ ਉਹ 'ਤੇ ਪੂਰਾ ਨਾ ਉਤਰਨ। ਦੇਖੋ ਜੀ, ਅਸੀਂ ਪਹਿਲੀ ਗੱਲ ਤਾਂ ਮੈਂ ਇਹ ਤਾਂ ਹੈ ਨਹੀਂ ਕਿ ਇਲੈਕਸ਼ਨ ਲੜਨ ਵਾਸਤੇ ਮੈਂ ਚੰਡੀਗੜ੍ਹੋਂ ਆਈ ਹਾਂ ਤੇ ਮੈਂ ਇਲੈਕਸ਼ਨ ਲੜਨ ਕੇ ਵਾਪਸ ਚਲੀ ਜਾਣਾ। ਅਸੀਂ ਇੱਥੇ ਦੇ ਹੀ ਰਹਿੰਦੇ ਹਾਂ। ਅਸੀਂ ਦਾਣਾ ਮੰਡੀ 'ਚ ਸਾਡੀ ਦੁਕਾਨ ਹੈ ਆੜਤ ਦੀ, ਯਾਦੂ ਜੀ ਉੱਥੇ ਬਹਿੰਦੇ ਨੇ, ਮੁੱਲੇਪੁਰ 'ਚ ਸਾਡਾ ਘਰ ਹੈ। ਬੱਚੇ ਨੂੰ ਸਾਡਾ ਘਰ ਪਤਾ। ਅਸੀਂ ਪਹਿਲਾਂ ਵੀ ਇੱਥੇ ਹੀ ਰਹਿੰਦੇ ਸੀ, ਹੁਣ ਵੀ ਇੱਥੇ ਹੀ ਰਹਿਣਾ। ਅਸੀਂ ਇਹ ਨਹੀਂ ਆ ਕਿ ਲੋਕਾਂ ਨੂੰ ਕਿ ਮੁੜ ਕੇ ਦਿਖਣਾ ਹੀ ਨਹੀਂ। ਅਸੀਂ ਤਾਂ ਖੁਦ ਲੋਕਾਂ 'ਚ ਵਿਚਰਦੇ ਰਹਿੰਦੇ ਹਾਂ। ਮੈਂ ਤਾਂ ਕਹਿੰਦੀ ਹਾਂ ਕਿ ਸਾਨੂੰ ਬੁਲਾਓ ਜਿੱਥੇ ਤੁਹਾਨੂੰ ਲੋੜ ਹੈ। ਹਾਂਜੀ, ਬਹੁਤ ਬਹੁਤ ਧੰਨਵਾਦ ਮੈਮ। ਮੈਂ ਉਮੀਦ ਕਰਦਾ ਕਿ ਜੇ ਲੋਕਾਂ ਨੇ ਚਾਹਿਆ ਤਾਂ ਤੁਹਾਡੀ ਜੇ ਸਰਕਾਰ ਆਉਂਦੀ ਤਾਂ ਜਿਹੜੀ ਗੱਲਾਂ ਤੁਸੀਂ ਕਰਦੇ ਹੋ ਤਾਂ ਉਹਨਾਂ 'ਤੇ ਪੂਰਾ ਉਤਰੋਗੇ। ਬਹੁਤ ਬਹੁਤ ਧੰਨਵਾਦ ਮੈਮ। ਜੀ ਧੰਨਵਾਦ ਜੀ। ਸੋ ਇਹ ਸਨ ਜਸਦੀਪ ਕੌਰ ਯਾਦੂ ਜੀ। ਤੁਸੀਂ ਵੇਖਿਆ ਗੱਲਬਾਤ, ਉਮੀਦ ਕਰਦਾ ਤੁਹਾਨੂੰ ਚੰਗੀ ਲੱਗੀ ਹੋਊਗੀ, ਕਿਉਂਕਿ ਇਸ ਵਾਰ ਹੁਣ ਜਿਵੇਂ ਮੈਂ ਗੱਲ ਕੀਤੀ ਸੀ ਕਿ ਛੋਟੇ ਛੋਟੇ ਬੱਚੇ ਦੇ ਉੱਤੇ ਵੀ ਸਿਆਸੀ ਰੰਗ ਭਾਰੂ ਹੋ ਰਿਹਾ ਆ। ਸਵੇਰੇ ਉੱਠਦੇ ਆ ਤਾਂ ਖਬਰਾਂ ਚੱਲਦੀਆਂ ਨੇ, ਕਿਉਂਕਿ ਅੱਜ ਕੱਲ੍ਹ ਹਰ ਇੱਕ ਬੱਚੇ ਦੇ ਹੱਥ ਦੇ ਵਿੱਚ ਵੀ ਸਮਾਰਟਫੋਨਸ ਨੇ ਤੇ ਉਹ ਸਮਾਰਟਫੋਨਸ ਦੇ ਉੱਤੇ ਵੀ ਟਰੈਂਡਿੰਗ ਦੇ ਵਿੱਚ ਹੁਣ ਇਹ ਨਹੀਂ ਆ ਰਿਹਾ ਕਿ ਕਿਹੜੇ ਕਲਾਕਾਰ ਦਾ ਗਾਣਾ ਆ ਰਿਹਾ। ਹੁਣ ਇਹ ਟਰੈਂਡਿੰਗ ਦੇ ਵਿੱਚ ਚੱਲ ਰਿਹਾ ਕਿ ਐਤਕੀ ਭਾਈ ਕਿਹੜੀ ਸਰਕਾਰ ਆਊਗੀ। ਖੰਨੇ ਦੇ ਵਿਕਾਸ ਦੀ ਗੱਲ ਕਰਾਂ ਤਾਂ ਅਕਸਰ ਜਿਵੇਂ ਗੱਲ ਕਰਦੇ ਨੇ ਕਿ ਕਹਿਣ ਤੋਂ ਪਹਿਲਾਂ, ਜਿੱਤਣ ਤੋਂ ਪਹਿਲਾਂ ਕਹਾਵਤ ਕੁਝ ਹੋਰ ਹੁੰਦੀ ਹੈ, ਪਰ ਜਿੱਤਣ ਤੋਂ ਬਾਅਦ ਇੱਥੇ ਬਣਦਾ ਕੁਝ ਹੋਰ ਹੈ। ਜਿਵੇਂ ਗੁਰਕੀਰਤ ਸਿੰਘ ਕੋਟਲੀ ਜੀ ਇੱਥੋਂ ਐਮਐਲਏ ਰਹੇ ਨੇ, ਹੁਣ ਤਾਂ ਮੰਤਰੀ ਪਦ ਵੀ ਜਿਹੜਾ ਉਹਨਾਂ ਨੂੰ ਮਿਲ ਚੁੱਕਾ ਆ, ਪਰ ਉਸ ਦੇ ਬਾਵਜੂਦ ਦੇਖਿਆ ਜਾਵੇ ਤਾਂ ਖੰਨੇ ਦਾ ਵਿਕਾਸ ਨਹੀਂ ਹੋਇਆ। ਖੰਨੇ ਦੇ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਸੀ, ਪਰ ਉਸ ਦੇ ਬਾਵਜੂਦ ਵੇਖਿਆ ਜਾਵੇ ਤਾਂ ਖੰਨੇ ਦੇ ਵਿੱਚ ਵਿਕਾਸ ਦਾ ਦਰ ਕਿੰਨਾ ਕੁ ਹੈ ਉਹ ਤੁਸੀਂ ਆਪ ਕਦੇ ਗੇੜਾ ਮਾਰ ਕੇ ਵੇਖਿਓ, ਤੁਹਾਡਾ ਦੁਬਾਰਾ ਆਉਣ ਨੂੰ ਮਨ ਨਹੀਂ ਕਰੂਗਾ। ਇਹੋ ਜਿਹਾ ਵਿਕਾਸ ਹੋਇਆ। ਹੋਰ ਗੱਲ ਕਰਾਂ ਤਾਂ ਅਕਸਰ ਵੇਖਿਆ ਜਾਂਦਾ ਸੀ ਜਦੋਂ ਜਿੱਤਣ ਤੋਂ ਬਾਅਦ
ਵੀ ਐਂ ਪਤਾ ਲੱਗਦਾ ਸੀ ਕਿ ਮੰਤਰੀ ਸਾਹਿਬ ਹੁਣ ਜਾ ਰਹੇ ਨੇ। ਦਿਖਿਆ ਜ਼ਰੂਰ ਹੁੰਦਾ ਸੀ ਬਾਜ਼ਾਰਾਂ ਦੇ ਵਿੱਚ ਖੜਦੇ ਹੋਏ ਕਿ ਉਹ ਜਾ ਰਹੇ ਨੇ ਹੁਣ, ਕਿਉਂਕਿ ਲਾਲ ਬੱਤੀਆਂ ਚੱਲਦੀਆਂ ਹੁੰਦੀਆਂ ਸੀਗੀਆਂ, ਜਾਂਦੇ ਹੀ ਨਜ਼ਰ ਆਉਂਦੇ ਸੀ ਪਰ ਕਦੇ ਆਉਂਦੇ ਨਜ਼ਰ ਨਹੀਂ ਆਏ। ਪਰ ਮੈਂ ਉਮੀਦ ਕਰਦਾ ਇਸ ਵਾਰ ਵੋਟ ਦਾ ਹੱਕ ਜਿਹੜਾ ਆ ਉਹ ਲੋਕ ਸਹੀ ਅਦਾ ਕਰਨਗੇ, ਯਾਨੀ ਕਿ ਜਿਹੜਾ ਉਸ ਵੋਟ ਦਾ ਅਸਲ ਹੱਕਦਾਰ ਹੋਊਗਾ ਵੋਟ ਉਸ ਨੂੰ ਹੀ ਪਾਈ ਜਾਵੇਗੀ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ। ਅਸੀਂ ਹੋਰ ਵੀਡੀਓਜ਼ ਸਮੇਂ-ਸਮੇਂ ਸਿਰ ਤੁਹਾਡੇ ਤੱਕ ਸਾਂਝੀ ਕਰਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।